ਗੁਰੂ ਜੀ ਨੇ ਬਿਸ਼ੰਬਰਪੁਰ ਪਟਨਾ ਵਿੱਚ ਕੁਝ ਦਿਨ ਨਿਵਾਸ ਕਰਕੇ ਅਨੇਕਾਂ ਪ੍ਰਾਣੀਆਂ ਦੀ ਆਪਣੇ ਉਪਦੇਸ਼ ਦੁਆਰਾ ਖੋਟੀ ਮਤ ਦੂਰ ਕੀਤੀ ਅਤੇ ਸਿੱਖੀ ਪ੍ਰਗਟ ਕੀਤੀ। ਇੱਕ ਦਿਨ ਮਰਦਾਨੇ ਨੇ ਆਖਿਆ, ਮਹਾਰਾਜ ਜੀ, ਤੁਸੀਂ ਇੱਥੇ ਹੀ ਡੇਰਾ ਪਾ ਕੇ ਬਹਿਣ ਵਾਸਤੇ ਘਰੋਂ ਆਏ ਹੋ? ਘਰੋਂ ਤਾਂ ਤੁਸੀਂ ਉਦਾਸੀ ਹੋ ਕੇ ਨਿਕਲੇ ਹੋ ਤੇ ਇੱਥੇ ਮਨ ਦੀਆਂ ਖੁਸ਼ੀਆਂ ਕਰਕੇ ਬੈਠ ਰਹੇ ਹੋ। ਚਲੋ ਹੋਰ ਕਿਸੇ ਦੇਸ਼ ਦੀ ਸੈਰ ਕਰੋ, ਇੱਥੇ ਬੈਠੇ ਰਹਿਣ ਦਾ ਕੀ ਲਾਭ ਹੈ? ਗੁਰੂ ਜੀ ਨੇ ਕਿਹਾ, ਚਲੋ ਮਰਦਾਨਾ, ਅਨੇਕ ਪ੍ਰਕਾਰ ਦੀ ਸੈਰ ਕਰਨ ਵਾਸਤੇ ਤਿਆਰ ਹੋ ਜਾਓ। ਉਪਰੰਤ ਗੁਰੂ ਜੀ ਇੱਥੋਂ ਚੱਲ ਕੇ ਕੁਝ ਕੋਹਾਂ ਤੇ ਸਮੁੰਦਰ ਦੇ ਕਿਨਾਰੇ ਜਾ ਪਹੁੰਚੇ। ਕਿਨਾਰੇ ਨਾਲ ਇੱਕ ਵੱਡਾ ਮੱਛ ਜੋ 35 ਕੋਹਾਂ ਵਿੱਚ ਫੈਲਿਆ ਹੋਇਆ ਸੀ, ਉਹ ਲੱਗਾ ਹੋਇਆ ਸੀ। ਗੁਰੂ ਜੀ ਉਸ ਮੱਛ ਦੀ ਪਿੱਠ ਤੇ ਸਵਾਰ ਹੋ ਗਏ ਅਤੇ ਕਹਿਣ ਲੱਗੇ, ਹੇ ਭਾਈ ਬਾਲਾ ਤੇ ਮਰਦਾਨਾ, ਹੁਣ ਅਸੀਂ ਕਿਸ ਚੀਜ਼ ਉੱਤੇ ਤੁਰੇ ਜਾ ਰਹੇ ਹਾਂ? ਤੁਹਾਨੂੰ ਕੁਝ ਪਤਾ ਲੱਗਾ ਹੈ ਕਿ ਨਹੀਂ? ਬਾਲਾ ਨੇ ਕਿਹਾ, ਗੁਰੂ ਜੀ, ਸੱਚੇ ਪਾਤਸ਼ਾਹ, ਤੁਹਾਡੀਆਂ ਤੁਸੀਂ ਹੀ ਜਾਣੋ, ਸਾਨੂੰ ਕੁਝ ਪਤਾ ਨਹੀਂ ਲੱਗਦਾ। ਗੁਰੂ ਜੀ ਨੇ ਕਿਹਾ, ਇਹ ਇੱਕ ਵੱਡਾ ਮੱਛ ਹੈ ਜਿਸ ਦੇ ਉੱਤੇ ਤੁਸੀਂ ਇਤਨੇ ਸਮੇਂ ਤੋਂ ਤੁਰੇ ਆ ਰਹੇ ਹੋ। ਇਸ ਤਰ੍ਹਾਂ ਜਦ ਤੁਰੇ ਜਾਂਦੇ ਮੱਛ ਦੇ ਸਿਰ ਉੱਤੇ ਪਹੁੰਚ ਗਏ ਤਾਂ ਮਰਦਾਨੇ ਨੇ ਉਸ ਦਾ ਬਹੁਤ ਵੱਡਾ ਭਿਆਨਕ ਮੂੰਹ ਵੇਖ ਕੇ ਕਿਹਾ, ਗੁਰੂ ਜੀ, ਤੁਹਾਡੀਆਂ ਕੁਦਰਤਾਂ ਤੁਹਾਨੂੰ ਹੀ ਬਣ ਆਉਂਦੀਆਂ ਹਨ, ਤੁਸੀਂ ਧੰਨ ਹੋ। ਜਦ ਰਾਤ ਉਸ ਮੱਛ ਉੱਤੇ ਹੀ ਬਤੀਤ ਹੋ ਗਈ ਅਤੇ ਦਿਨ ਚੜ੍ਹ ਗਿਆ ਤਾਂ ਮੱਛ ਨੇ ਆਪਣੀ ਦੇਹੀ ਪਲਟ ਲਈ ਅਤੇ ਗੁਰੂ ਜੀ ਦੀ ਉਸਤਤ ਕਰਕੇ ਕਿਹਾ, ਗੁਰੂ ਜੀ, ਤੁਸੀਂ ਬੜੀ ਕਿਰਪਾ ਕੀਤੀ ਹੈ ਜੋ ਮੇਰਾ ਇਸ ਜੂਨੀ ਵਿੱਚੋਂ ਨਿਸਤਾਰਾ ਕਰ ਦਿੱਤਾ ਹੈ। ਗੁਰੂ ਜੀ ਨੇ ਕਿਹਾ, ਤੂੰ ਕੌਣ ਹੈ? ਇਹ ਮੱਛ ਦੇਹੀ ਤੂੰ ਕਿਸ ਤਰ੍ਹਾਂ ਪਾਈ ਹੈ? ਮੱਛ ਨੇ ਕਿਹਾ, ਮਹਾਰਾਜ, ਮੈਂ ਤੇਤਾ ਯੁੱਗ ਵਿੱਚ ਰਾਜਾ ਜਨਕ ਦਾ ਨੌਕਰ ਸਾਂ। ਇੱਕ ਦਿਨ ਜਦ ਰਾਜੇ ਨੇ ਮੈਨੂੰ ਕੋਈ ਕੰਮ ਕਰਨ ਵਾਸਤੇ ਆਖਿਆ ਤਾਂ ਮੈਂ ਬੜੇ ਗੁੱਸੇ ਨਾਲ ਉਹ ਕੰਮ ਕੀਤਾ। ਰਾਜੇ ਨੇ ਆਖਿਆ, ਤੂੰ ਮੱਛੀ ਵਾਂਗੂ ਤੜਫ ਕੇ ਕੰਮ ਕਰਦਾ ਹੈ। ਇਸ ਸ਼ਰਾਪ ਕਰਕੇ ਮੈਂ ਮੱਛ ਦੇਹੀ ਪਾਈ ਸੀ, ਜਿਸ ਤੋਂ ਤੁਹਾਡੇ ਦਰਸ਼ਨ ਕਰਕੇ ਹੁਣ ਛੁਟਕਾਰਾ ਪਾਇਆ ਹੈ। ਇਹ ਗੱਲਾਂ ਕਰਕੇ ਮੱਛ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਦੇਵਲੋਕ ਨੂੰ ਚਲਿਆ ਗਿਆ। ਇਹ ਕੌਤਕ ਵੇਖ ਕੇ ਮਰਦਾਨਾ ਖੁਸ਼ ਹੋ ਗਿਆ ਕਿ ਸ਼ੁਕਰ ਹੈ ਇਸ ਬਲਾ ਤੋਂ ਬਚ ਗਏ ਹਾਂ। ਗੁਰੂ ਜੀ ਨੇ ਕਿਹਾ, ਮਰਦਾਨਾ, ਚੁੱਪ ਕਰਕੇ ਸਾਡੇ ਪਿੱਛੇ ਤੁਰਿਆ, ਕੋਈ ਗੱਲ ਨਾ ਕਰ, ਅੱਗੇ ਇੱਕ ਹੋਰ ਵੱਡੀ ਬਲਾ ਆ ਰਹੀ ਹੈ ਜਿਸ ਨੂੰ ਵੇਖ ਕੇ ਡਰ ਲੱਗਦਾ ਹੈ। ਮਰਦਾਨੇ ਨੇ ਕਿਹਾ, ਪਾਤਸ਼ਾਹ, ਫਿਰ ਅੱਗੇ ਕਿਉਂ ਜਾ ਰਹੇ ਹੋ? ਛੇਤੀ ਕਰਕੇ ਪਿੱਛੇ ਨੂੰ ਮੁੜ ਚੱਲੋ। ਗੁਰੂ ਜੀ ਨੇ ਹੱਸ ਕੇ ਕਿਹਾ, ਉਹ ਬਲਾ ਸਾਨੂੰ ਭੱਜਣ ਨਹੀਂ ਦੇਵੇਗੀ, ਪਿੱਛੇ ਭੱਜ ਕੇ ਛੇਤੀ ਫੜ ਲਵੇਗੀ, ਜਿਸ ਕਰਕੇ ਅੱਗੇ ਹੀ ਚਲੋ, ਕਰਤਾਰ ਭਲੀ ਕਰੇਗਾ। ਇਤਨੇ ਨੂੰ ਉਹ ਬਲਾ, ਜਿਸ ਦਾ ਬੜਾ ਡਰਾਉਣਾ ਤੇ ਭਿਆਨਕ ਸਰੂਪ ਸੀ, ਸਾਹਮਣੇ ਆ ਗਈ। ਇਸ ਕਲਾ ਦਾ ਕਾਲਾ ਰੰਗ, ਲਾਲ ਅੱਖਾਂ, ਵੱਡੇ ਵੱਡੇ ਲੰਮੇ ਦੰਦ, ਆਦਮੀਆਂ ਦੀਆਂ ਆਂਦਰਾਂ ਜਿਸ ਨੇ ਗਲ ਵਿੱਚ ਪਾਈਆਂ ਹੋਈਆਂ ਸਨ ਅਤੇ ਹੱਥ ਵਿੱਚ ਲਹੂ ਦਾ ਖੋਪਰ ਫੜਿਆ ਹੋਇਆ ਸੀ। ਸਿਰ ਦੇ ਲਾਲ ਵਾਲ ਪਿੱਛੇ ਪਿੱਠੇ ਉੱਤੇ ਖਿੰਡੜੇ ਹੋਏ ਸਨ। ਉਸ ਦੇ ਇਸ ਭਿਆਨਕ ਰੂਪ ਨੂੰ ਵੇਖ ਕੇ ਦੇਵ ਦੈਂਤ ਦੋਵੇਂ ਹੀ ਡਰ ਨਾਲ ਕੰਬਣ ਲੱਗ ਜਾਂਦੇ ਸਨ। ਉਹ ਮੂੰਹ ਟੱਡ ਕੇ ਸਾਡੇ ਵੱਲ ਆਈ। ਗੁਰੂ ਜੀ ਨੇ ਇੱਕ ਡੰਡਾ ਉਸ ਦੇ ਮੂੰਹ ਵਿੱਚ ਜ਼ੋਰ ਨਾਲ ਧੱਕ ਦਿੱਤਾ, ਜਿਸ ਦੇ ਅੰਦਰ ਜਾਣ ਨਾਲ ਪੀੜਾ ਕਰਕੇ ਰੋਣ ਲੱਗ ਪਈ। ਤਦ ਨਾਰਦ ਮੁਨੀ ਬੀਨ ਵਜਾਉਂਦਾ ਹੋਇਆ ਆ ਗਿਆ। ਉਸ ਨੇ ਗੁਰੂ ਜੀ ਨੂੰ ਆ ਕੇ ਕਲਾ ਨੂੰ ਛੁਡਾ ਦਿੱਤਾ ਅਤੇ ਗੁਰੂ ਜੀ ਦੀ ਬਹੁਤ ਉਸਤਤੀ ਕਰਕੇ ਕਿਹਾ ਕਿ ਮਹਾਰਾਜ, ਸਤਯੁਗ ਵਿੱਚ ਤੁਸਾਂ ਹੀ ਜੀਵਾਂ ਨੂੰ ਜੋਗ ਵਿੱਚ ਲਗਾ ਕੇ ਤਾਰਿਆ, ਤ੍ਰੇਤਾ ਵਿੱਚ ਯੱਗਾਂ ਵਿੱਚ ਪ੍ਰਵਿਰਤ ਕਰਕੇ ਜੀਵਾਂ ਦਾ ਕਲਿਆਣ ਕੀਤਾ, ਦੁਆਪਰ ਵਿੱਚ ਪਾਠ ਪੂਜਾ ਵਿੱਚ ਜੋੜ ਕੇ ਤਾਰਨਾ ਕੀਤਾ ਅਤੇ ਕਲਯੁਗ ਵਿੱਚ ਕੇਵਲ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਤਾਰਨ ਆਏ ਹੋ। ਇਸ ਤਰ੍ਹਾਂ ਗੁਰੂ ਜੀ ਦੀ ਮਹਿਮਾ ਵਰਣਨ ਕਰਕੇ ਨਾਰਦ ਨੇ ਕਲਾ ਨੂੰ ਗੁਰੂ ਜੀ ਦੇ ਚਰਨਾਂ ਤੇ ਪੈਣ ਵਾਸਤੇ ਆਖਿਆ। ਨਾਰਦ ਨੇ ਕਿਹਾ, ਮਹਾਰਾਜ ਜੀ, ਇਸ ਤੋਂ ਜੋ ਭੁੱਲ ਹੋਈ ਹੈ ਉਹ ਬਖਸ਼ ਦਿਓ। ਇਹ ਬਹੁਤ ਦਿਨਾਂ ਤੋਂ ਭੁੱਖ ਨਾਲ ਤੰਗ ਹੈ, ਤੁਹਾਡੀ ਮਹਿਮਾ ਨਾ ਜਾਣਨ ਕਰਕੇ ਮੂੰਹ ਪਸਾਰ ਕੇ ਤੁਹਾਡੇ ਵੱਲ ਆਈ ਸੀ। ਗੁਰੂ ਜੀ ਨੇ ਉਸ ਦੀ ਦੀਨ ਬੇਨਤੀ ਸੁਣ ਕੇ ਕਿਹਾ, ਜਦ ਅਸੀਂ ਆਪਣਾ 6ਵਾਂ ਰੂਪ ਧਾਰਨ ਕਰਾਂਗੇ ਤਾਂ ਇਸ ਨੂੰ ਇਸ ਦੀ ਖੁਰਾਕ ਨਾਲ ਤ੍ਰਿਪਤ ਕਰਾਂਗੇ। ਜਦ 10ਵਾਂ ਰੂਪ ਧਾਰਾਂਗੇ ਤਾਂ ਦੁਸ਼ਟਾਂ ਜ਼ਾਲਮਾਂ ਨਾਲ ਜੰਗ ਕਰਕੇ ਇਸ ਨੂੰ ਚੰਗੀ ਤਰ੍ਹਾਂ ਰਜਾਵਾਂਗੇ। ਨਾਰਦ ਅਤੇ ਨਾਰਦ ਦੀ ਇਸਤਰੀ ਗੁਰੂ ਜੀ ਤੋਂ ਵਰ ਲੈ ਕੇ ਆਪਣੀ ਇੱਛਾ ਅਨੁਸਾਰ ਜਿੱਧਰ ਜਾਣਾ ਸੀ ਚਲੇ ਗਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਸਾਰੇ ਪ੍ਰਸੰਗ ਜਦ ਭਾਈ ਬਾਲਾ ਜੀ ਸਰੋਤਾ ਜਨਾਂ ਨੂੰ ਸੁਣਾਉਂਦੇ ਸਨ ਤਾਂ ਉਦੋਂ ਸਰੋਤਾ ਜਨਾਂ ਦੇ ਵਿੱਚੋਂ ਕਿਸੇ ਨੇ ਪੁੱਛਣਾ ਕੀਤਾ ਕਿ ਜਦੋਂ ਚੌਹਾਂ ਯੁਗਾਂ ਵਿੱਚ ਨਾਮ ਦੀ ਹੀ ਮਹਿਮਾ ਕਥਨ ਕੀਤੀ ਹੈ ਤਾਂ ਫਿਰ ਜੋਗ, ਜਗ, ਤਪ ਤੇ ਪੂਜਾ ਤਿੰਨਾਂ ਵਿੱਚ ਕਰਨੇ ਕਿਉਂ ਦੱਸੇ ਹਨ? ਸਰੋਤਾ ਜਨਾਂ ਤੋਂ ਇਹ ਪ੍ਰਸ਼ਨ ਸੁਣ ਕੇ ਭਾਈ ਬਾਲਾ ਜੀ ਨੇ ਕਿਹਾ ਕਿ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਸਾਖੀ ਜਿਵੇਂ ਸੁਣੀ ਹੈ ਉਹ ਸੁਣਾਉਂਦਾ ਹਾਂ। ਉਹ ਸਾਖੀ ਹੈ ਜੀ,
ਇੱਕ ਵਾਰ ਦੋ ਆਦਮੀਆਂ ਨੂੰ ਬਹੁਤ ਸੂਲ ਹੋਇਆ। ਇਹਨਾਂ ਵਿੱਚੋਂ ਇੱਕ ਗਰੀਬ ਤੇ ਇੱਕ ਅਮੀਰ ਸੀ। ਦੋਵੇਂ ਢਿੱਡ ਪੀੜ ਨਾਲ ਹਾਏ ਹਾਏ ਕਰ ਰਹੇ ਸਨ। ਧਨੀ ਪੁਰਸ਼ ਵੈਦ ਪਾਸ ਗਿਆ। ਵੈਦ ਨੇ ਸੋਚਿਆ ਕਿ ਜੇ ਇਸ ਨੂੰ ਜਵੈਣ ਹੀ ਖਾਣ ਵਾਸਤੇ ਆਖੀ ਤਾਂ ਇਸ ਨੂੰ ਭਰੋਸਾ ਨਹੀਂ ਆਉਣਾ ਕਿ ਇਸ ਦੇ ਖਾਣ ਨਾਲ ਢਿੱਡ ਪੀੜ ਹਟ ਜਾਏਗੀ। ਇਸ ਕਰਕੇ ਵੈਦ ਨੇ ਇੱਕ ਪੂੜੀ ਆਪਣੇ ਪਾਸੋਂ ਦਿੱਤੀ ਅਤੇ ਆਖਿਆ ਕਿ ਇਸ ਦਵਾਈ ਨੂੰ ਜਵੈਣ ਨਾਲ ਖਾ ਲੈਣਾ, ਢਿੱਡ ਪੀੜ ਹਟ ਜਾਏਗੀ। ਧਨੀ ਨੇ ਜਦ ਇਸ ਤਰ੍ਹਾਂ ਹੀ ਕੀਤਾ ਤਾਂ ਉਸ ਦਾ ਸੂਲ ਹਟ ਗਿਆ। ਤਦ ਉਸ ਨੇ ਕਿਹਾ ਕਿ ਵੈਦ ਦੀ ਪੂੜੀ ਬੜੀ ਚੰਗੀ ਹੈ, ਜਿਸ ਦੇ ਖਾਣ ਨਾਲ ਹੀ ਪੀੜ ਹਟ ਗਈ। ਜਦ ਉਹ ਗਰੀਬ ਆਦਮੀ ਵੈਦ ਪਾਸ ਗਿਆ ਤਾਂ ਵੈਦ ਨੇ ਕਿਹਾ ਜਵੈਣ ਵਿੱਚ ਲੂਣ ਪਾ ਕੇ ਗਰਮ ਪਾਣੀ ਨਾਲ ਫੱਕ ਲੈਣੀ। ਗਰੀਬ ਨੇ ਕਿਹਾ ਉਸ ਪਾਸ ਤਾਂ ਕੌਡੀ ਵੀ ਨਹੀਂ ਹੈ, ਜਵੈਣ ਕਿੱਥੋਂ ਲਵੇਗਾ। ਤਦ ਵੈਦ ਨੇ ਆਪਣੇ ਪਾਸੋਂ ਹੀ ਉਸ ਨੂੰ ਜਵੈਣ ਦੇ ਦਿੱਤੀ, ਜਿਸ ਦੇ ਖਾਣ ਨਾਲ ਉਸ ਨੂੰ ਪੀੜ ਤੋਂ ਆਰਾਮ ਆ ਗਿਆ। ਇਸ ਤਰ੍ਹਾਂ ਜੀਵਾਂ ਦੀ ਦਸ਼ਾ ਦੇਖ ਕੇ ਪੂਰਨ ਗੁਰੂ ਜੀ ਉਹਨਾਂ ਨੂੰ ਯਥਾਰਥ ਉਪਦੇਸ਼ ਦਿੰਦੇ ਹਨ। ਸਤਯੁਗ ਵਿੱਚ ਜੀਵਾਂ ਦੀ ਨਿਰਮਲ ਬੁੱਧੀ ਤੇ ਲੱਖ ਵਰੇ ਦੀ ਉਮਰ ਹੁੰਦੀ ਸੀ। ਇਸ ਕਰਕੇ ਲੰਮੀ ਉਮਰ ਬਤੀਤ ਕਰਨ ਵਾਸਤੇ ਉਹਨਾਂ ਨੂੰ ਨਾਮ ਸਿਮਰਨ ਨਾਲ ਪ੍ਰਾਣਾਯਾਮ ਦੱਸਿਆ। ਤ੍ਰੇਤੇ ਵਿੱਚ 10,000 ਸਾਲ ਦੀ ਉਮਰ ਰਹਿ ਗਈ। ਇਸ ਸਮੇਂ ਪੁਰਸ਼ਾਂ ਪਾਸ ਬਹੁਤ ਧਨ ਹੁੰਦਾ ਸੀ, ਜਿਸ ਨੂੰ ਖਰਚ ਕਰਨ ਵਾਸਤੇ ਨਾਮ ਸਿਮਰਨ ਤੇ ਯੱਗ ਕਰਨੇ ਦੱਸੇ। ਫਿਰ ਜਦ ਦੁਆਪਰ ਯੁੱਗ ਆਇਆ ਤਾਂ ਜੀਵਾਂ ਦੀ ਉਮਰ 1000 ਸਾਲ ਦੀ ਹੁੰਦੀ ਸੀ। ਇਸ ਯੁੱਗ ਵਿੱਚ ਪੂਜਾ ਕਰਨਾ, ਨਾਮ ਸਿਮਰਨ ਦਾ ਉਪਦੇਸ਼ ਦਿੱਤਾ। ਤਿੰਨਾਂ ਯੁੱਗਾਂ ਵਿੱਚ ਜੋ ਵੱਡੀ ਉਮਰ, ਬਹੁਤ ਧਨ ਤੇ ਬਲ ਸੀ, ਜਦ ਕਲਯੁੱਗ ਵਿੱਚ ਇਹ ਨਾ ਰਹੇ ਤਾਂ ਜੀਵਾ ਨਿਰਧਨਤਾ ਤੇ ਦੁੱਖਾਂ ਵਿੱਚ ਘਿਰੇ ਹੋਇਆਂ ਨੂੰ ਵੇਖ ਕੇ ਸਭ ਪ੍ਰਤੀ ਇੱਕ ਨਾਮ ਸਿਮਰਨ ਦਾ ਉਪਦੇਸ਼ ਹੀ ਯਥਾਰਥ ਰੂਪ ਵਿੱਚ ਦੇ ਕੇ ਕਿਰਤਾਰਥ ਕੀਤਾ। ਵੇਦ ਸ਼ਾਸਤਰਾਂ ਦੀ ਕਠਿਨ ਭਾਸ਼ਾ ਨੂੰ ਗਰੀਬ, ਰੋਗੀ ਰੂਪੀ ਥੋੜ੍ਹੀ ਬੁੱਧੀ ਵਾਲੇ ਲੋਕ ਸਮਝ ਨਹੀਂ ਸਕਦੇ ਸਨ। ਉਹਨਾਂ ਨੂੰ ਗੁਰੂ ਜੀ ਨੇ ਆਪਣੇ ਪਾਸੋਂ ਜਵੈਣ ਰੂਪੀ ਸਰਲ ਭਾਸ਼ਾ ਵਿੱਚ ਉਪਦੇਸ਼ ਦਿੱਤਾ, ਜਿਸ ਨੂੰ ਹਰ ਕੋਈ ਅਮੀਰ ਗਰੀਬ ਗ੍ਰਹਿਣ ਕਰਕੇ ਮੁਕਤੀ ਪਾ ਸਕਦਾ ਹੈ। ਜਿਸ ਤਰ੍ਹਾਂ ਸਮੁੰਦਰ ਦੇ ਖਾਰੇ ਪਾਣੀ ਨੂੰ ਬੱਦਲ ਪਰਉਪਕਾਰ ਵਾਸਤੇ ਪੀ ਕੇ ਵਰਖਾ ਦੇ ਰੂਪ ਵਿੱਚ ਮਿੱਠਾ ਕਰਕੇ ਸਾਰੇ ਦੇਸ਼ਾਂ ਵਿੱਚ ਫਿਰ ਕੇ ਵਰਸਾਉਂਦਾ ਫਿਰਦਾ ਹੈ, ਉਸੇ ਤਰ੍ਹਾਂ ਵੇਦਾਂ ਸ਼ਾਸਤਰਾਂ ਵਿੱਚੋਂ ਕਠਿਨਤਾਈ ਦਾ ਖਾਰਾਪਨ ਕੱਢ ਕੇ ਗੁਰੂ ਜੀ ਨੇ ਊਚ ਨੀਚ ਸਭ ਨੂੰ ਅੰਮ੍ਰਿਤ ਰੂਪੀ ਉਪਦੇਸ਼ ਦੀ ਵਰਖਾ ਵਰਸਾ ਦਿੱਤੀ, ਜੋ ਸਭ ਨੂੰ ਸੁਖਦਾਈ ਤੇ ਕਲਿਆਣਕਾਰੀ ਹੈ। ਭਾਈ ਬਾਲਾ ਜੀ ਨੇ ਕਿਹਾ, ਇਹ ਸਰੋਤਾ ਜਨੋ, ਇੱਕ ਨਾਮ ਤੋਂ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਹੰਕਾਰ ਛੱਡ ਕੇ ਇੱਕ ਮਨ ਹੋ ਕੇ ਨਾਮ ਸਿਮਰਨ ਕਰੋ, ਇਹੀ ਜਗਤ ਦੇ ਬੰਧਨਾਂ ਤੋਂ ਛੁਟਕਾਰਾ ਦੇਣ ਵਾਲਾ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।